Good evening to all of you. Amarjit here from Amar PTE classes, and today's topic is reading and writing filling the blanks. Yes, reading and writing filling the blanks is the most important topic of the reading section as well as the writing section, because reading and writing filling the blanks contribute 22 points to the reading and same 22 points to the writing section also. And reading and writing filling the blanks is the first module of the reading section. ਪਹਿਲਾਂ ਤੁਹਾਡੇ ਕੋਲ ਆਉਂਦਾ ਹੈ speaking section, and after immediately there is the writing section, and after writing section there is a reading section. ਕਿਉਂਕਿ ਤੁਹਾਡੇ ਕੋਲ ਜਿਹੜਾ speaking and writing section ਹੁੰਦਾ ਹੈ ਉਹਦਾ ਜਿਹੜਾ time period ਹੁੰਦਾ ਹੈ ਉਹ combine ਹੁੰਦਾ ਹੈ, but ਜਿਹੜਾ reading section ਹੈ ਇਹ third task ਹੈਗਾ ਤੁਹਾਡਾ PTE ਦਾ, and ਜਿਹੜਾ ਇਹਦਾ timing ਹੁੰਦਾ ਹੈ ਉਹ ਹੁੰਦਾ 28 minutes. ਇਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ ਕੀਤਾ ਸੀਗਾ। ਸੋ ਅੱਜ ਆਪਾਂ ਨੇ ਇੱਕ ਹੋਰ ਕੁਐਸਚਨ ਟੈਸਟ ਕਰਨਾ ਹੈਗਾ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ, ਬਟ ਮੈਂ ਤੁਹਾਡੇ ਨਾਲ ਪਹਿਲਾਂ ਇਹੀ ਡਿਸਕਸ ਕਰਨਾ ਹੈ ਕਿ ਐਜ਼ ਸੱਚ ਦੇਅਰ ਇਜ਼ ਨੋ ਟ੍ਰਿਕ ਟੂ ਗੈਟ ਗੁੱਡ ਸਕੋਰ ਇਨ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ, ਬਿਕੋਜ਼ ਕਿਉਂਕਿ ਤੁਸੀਂ ਅਗਰ ਸਪੀਕਿੰਗ ਦੀ ਗੱਲ ਕਰੋ ਜਾਂ ਲਿਸਨਿੰਗ ਦੀ ਗੱਲ ਕਰੋ ਤਾਂ ਤੁਸੀਂ ਬਹੁਤ ਸਾਰੇ ਟ੍ਰਿਕਸ ਨੂੰ ਫੋਲੋ ਕਰ ਸਕਦੇ ਹੋ, ਐਂਡ ਯੂ ਕੈਨ ਗੈਟ ਗੁੱਡ ਸਕੋਰ ਇਨ ਦੀ ਲਿਸਨਿੰਗ ਐਜ਼ ਵੈਲ ਐਜ਼ ਇਨ ਦੀ ਸਪੀਕਿੰਗ, ਬਟ ਐਜ਼ ਸੱਚ ਦੇਅਰ ਇਜ਼ no particular trick to get good score in reading and writing filling the blanks. Only practice is the solution to get good score, and some basic knowledge of grammar. So मैं पहला grammars ਦੀਆਂ ਵੀਡੀਓ ਬਣਾਈਆਂ ਨੇ, ਅਗਰ ਤੁਸੀਂ ਉਹ ਵੀਡੀਓਜ਼ ਧਿਆਨ ਨਾਲ ਦੇਖੀਆਂ ਨੇ ਤਾਂ ਉਹਨਾਂ ਵੀਡੀਓਜ਼ ਦੇ ਥਰੂ ਹੀ ਤੁਸੀਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ ਵਧੀਆ ਸਕੋਰ ਲੈ ਸਕਦੇ ਹੋ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਤੁਹਾਨੂੰ ਕੰਟੈਕਸਟ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਤੁਹਾਨੂੰ ਜੋ ਬਲੈਂਕਸ ਦੇ ਵਿੱਚ ਜੋ ਪੈਰਾਗ੍ਰਾਫ ਗਿਵਨ ਹੈ ਉਹਦਾ ਮੀਨਿੰਗ ਪਤਾ ਹੋਣਾ ਚਾਹੀਦਾ, ਉਸ ਦੇ ਮੀਨਿੰਗ ਦੇ ਅਕੋਰਡਿੰਗ ਹੀ ਤੁਸੀਂ ਜਿਹੜੇ ਬਲੈਂਕਸ ਨੇ ਉਹਨਾਂ ਦੀਆਂ ਆਪਸ਼ਨਸ ਵਧੀਆ ਤਰੀਕੇ ਨਾਲ ਚੂਜ਼ ਕਰ ਸਕਦੇ ਹੋ। ਸੋ ਪਹਿਲਾਂ ਇਹ ਵੀ ਤੁਹਾਨੂੰ ਕਲੀਅਰ ਹੋਏਗਾ ਕਿ ਜਿਹੜੇ ਤੁਹਾਡੇ ਕੋਲ ਕੁਐਸਚਨਸ ਆਉਂਦੇ ਨੇ ਉਹ 5 to 6 ਕੁਐਸਚਨਸ ਆਉਂਦੇ ਨੇ ਇਨ ਦੀ ਫਾਈਨਲ ਐਗਜ਼ਾਮ ਆਫ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ, ਐਂਡ ਯੂ ਕੈਨ ਸਪੈਂਡ ਓਨਲੀ 2 minutes ਔਨ 1 ਪੈਰਾਗ੍ਰਾਫ, ਕਿਉਂਕਿ ਤੁਹਾਡੇ ਕੋਲ ਇੰਨਾ ਹੀ ਟਾਈਮ ਹੁੰਦਾ ਕਿ ਤੁਸੀਂ ਇੱਕ ਪੈਰਾਗ੍ਰਾਫ 'ਤੇ 2 ਜਾਂ 2.5 ਮਿੰਟ ਹੀ ਲਾ ਸਕਦੇ ਹੋ, ਉਸ ਤੋਂ ਵੱਧ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ। ਸੋ ਇੱਕ ਪੈਰਾਗ੍ਰਾਫ ਦੇ ਵਿੱਚ 4 ਬਲੈਂਕਸ ਜਾਂ 5 ਬਲੈਂਕਸ ਹੋ ਸਕਦੀਆਂ ਨੇ। ਸੋ ਰੀਡਿੰਗ ਐਂਡ ਰਾਈਟਿੰਗ ਅਗਰ ਗੱਲ ਕਰੀਏ ਆਪਾਂ ਤਾਂ ਜਿਹੜੇ ਇਹਨਾਂ ਦੇ ਪੈਰਾਗ੍ਰਾਫਸ ਹੁੰਦੇ ਨੇ ਸੋ ਉਹ ਵੀ ਕਾਫੀ ਲੈਂਦੀ ਹੁੰਦੇ ਨੇ, ਮੀਨਸ ਪੈਰਾਗ੍ਰਾਫ ਛੋਟਾ ਨਹੀਂ ਹੋਏਗਾ। ਜਿਹੜੀ ਮੈਂ ਕੱਲ ਵੀਡੀਓ ਬਣਾਈ ਸੀ ਉਹਦੇ 'ਚ ਮੈਂ ਰੀਡਿੰਗ ਫਿਲਿੰਗ ਦਾ ਬਲੈਂਕਸ ਦੀ ਗੱਲ ਕੀਤੀ ਸੀਗੀ, ਸੋ ਉਹਦੇ ਵਿੱਚ ਜਿਹੜਾ ਪੈਰਾਗ੍ਰਾਫ ਹੁੰਦਾ ਉਹ 3 to 4 ਲਾਈਨਸ ਦਾ ਹੁੰਦਾ, ਬਟ ਅਗਰ ਆਪਾਂ ਇੱਥੇ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਵਰਡਸ ਹੋਣਗੇ ਦੈਟ ਕੈਨ ਬੀ ਆਫ 200 to 300 ਵਰਡਸ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ। ਸੋ ਜਦੋਂ ਤੁਸੀਂ ਰੀਡ ਕਰੋਗੇ ਤਾਂ ਉਸ ਚੀਜ਼ 'ਤੇ ਥੋੜ੍ਹਾ ਟਾਈਮ ਲੱਗੇਗਾ, ਉਹਨੂੰ ਕੰਟੈਕਸਟ ਨੂੰ ਅੰਡਰਸਟੈਂਡ ਕਰਨ ਲਈ ਟਾਈਮ ਲੱਗੇਗਾ। ਸੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਫਸਟ ਪੈਰਾਗ੍ਰਾਫਸ ਦੀ। ਸੋ ਇੱਕ ਕੁਐਸਚਨ ਟੈਸਟ ਦੇ ਵਿੱਚ ਤੁਹਾਡੇ ਕੋਲ 5 ਬਲੈਂਕਸ ਆਉਂਦੀਆਂ ਨੇ। ਇੱਥੇ ਕੁਐਸਚਨ ਟੈਸਟ ਲਈ ਉਹਨੇ ਜਿਹੜਾ ਟਾਈਮ ਹੈ ਉਹ 35 ਮਿੰਟਸ ਦਿੱਤਾ ਹੈ, ਬਟ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਰੀਡਿੰਗ ਦੇ ਵਿੱਚ ਤੁਹਾਡੇ ਕੋਲ ਸਿਰਫ 28 ਮਿੰਟਸ ਹੁੰਦੇ ਨੇ। ਸੋ ਆਪਾਂ ਸਟਾਰਟ ਕਰਦੇ ਹਾਂ। Soil is the Earth's fragile skin that anchors all life on Earth. It is comprised of countless species that create a dash and complex ecosystem and is among the most precious resources to humans. Next line उन्हें गल कीती है, increased demand for agriculture commodities generates incentives to convert forest and grasslands to farm fields and pastures. The dash. ਸੋ ਇੱਥੇ ਆਪਾਂ ਅਗਰ ਗੱਲ ਕਰੀਏ ਕ੍ਰੀਏਟ ਅ ਐਂਡ ਕੰਪਲੈਕਸ, ਸੋ ਇੱਥੇ ਜਿਹੜੀ ਬਲੈਂਕ ਹੈਗੀ ਹੈ ਕੰਪਲੈਕਸ ਤੋਂ ਰਿਲੇਟਡ ਹੀ ਇੱਥੇ ਆਪਸ਼ਨ ਆਏਗੀ। ਸੋ ਇੱਥੇ ਆਪਣੇ ਕੋਲ ਦ ਪਿਆ, ਤਾਂ ਦ ਤੋਂ ਬਾਅਦ ਸਾਡੇ ਕੋਲ ਨਾਊਨ ਆਉਂਦਾ ਹੈ। ਸੋ ਅੱਗੇ ਆਪਾਂ ਪੜ੍ਹਦੇ ਹਾਂ, ਟੂ ਐਗਰੀਕਲਚਰ from natural vegetation often cannot hold on to the soil, and many of these plants such as coffee, cotton, palm oil, soybean and wheat can actually increase soil erosion beyond the soil ability to maintain itself. The effects of soil erosion go beyond the loss of dash land of ਇੱਥੇ ਲੈਂਡ ਦੀ ਕੋਈ ਪ੍ਰੋਪਰਟੀ ਹੋਏਗੀ। ਇਟ ਹੈਜ਼ ਲੈਡ ਟੂ ਇਨਕਰੀਜ਼ਡ ਪੋਲਿਊਸ਼ਨ ਐਂਡ ਸੈਡੀਮੈਂਟੇਸ਼ਨ ਇਨ ਸਟਰੀਮਸ ਐਂਡ ਰਿਵਰਸ, clogging these waterways and causing declines in fish and other. So ਇੱਥੇ fish ਤੋਂ related ਕੋਈ option ਹੋਏਗੀ and degraded. So last line ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਹੈ, ਬਟ ਅਗਰ ਇਹ ਲਾਈਨ ਇੱਥੇ ਫੁੱਲ ਸਟਾਪ ਨਹੀਂ ਹੁੰਦੀ, ਸਮ ਟਾਈਮ ਐਵੇਂ ਹੁੰਦਾ ਕਿ ਅਗਰ ਇੱਥੇ ਤੁਹਾਡਾ ਪੈਰਾਗ੍ਰਾਫ ਖਤਮ ਹੈ ਤਾਂ ਉਹਦਾ ਜਿਹੜਾ ਆਨਸਰ ਹੈ ਸਾਡੇ ਕੋਲ ਨੈਕਸਟ ਲਾਈਨ ਦੇ ਵਿੱਚ ਪਿਆ ਹੁੰਦਾ ਹੈ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ।
ਸੋ ਅਗਰ ਆਪਾਂ ਇੱਥੇ ਗੱਲ ਕਰੀਏ ਤਾਂ ਆਪਣੇ ਕੋਲ ਇਸ ਪੈਰਾਗ੍ਰਾਫ ਦੇ ਵਿੱਚ ਸੋਇਲ ਇਰੋਜ਼ਨ ਦੀ ਗੱਲ ਹੋ ਰਹੀ ਹੈ। ਸੋ ਇੱਥੇ ਉਹਨੇ ਕਿਹਾ ਕਿ ਜਿਹੜੀ ਸੋਇਲ ਹੈਗੀ ਹੈ ਇਟ ਇਜ਼ ਕੰਪਰਾਈਜ਼ਡ ਆਫ ਕਾਊਂਟਲੈਸ ਸਪੀਸ਼ੀਜ਼ ਦੈਟ ਕ੍ਰੀਏਟ ਐਂਡ ਕੰਪਲੈਕਸ ਈਕੋਸਿਸਟਮ। ਸੋ ਅੱਗੇ ਉਹਨੇ ਕਿਹਾ ਕਿ ਕ੍ਰੀਏਟ ਅ ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਕੰਪਲੈਕਸ ਈਕੋਸਿਸਟਮ। ਸੋ ਆਪਣੇ ਕੋਲ ਇੱਥੇ ਆਪਸ਼ਨਸ ਨੇ ਡਾਇਨਾਮਿਕ, ਐਪੀਡੈਮਿਕ, ਸੰਪੈਥੈਟਿਕ ਐਂਡ ਐਰੋਡਾਇਨਾਮਿਕ। ਸੋ ਐਰੋਡਾਇਨਾਮਿਕ ਜਾਂ ਸੰਪੈਥੈਟਿਕ ਸਾਡੇ ਕੋਲ ਨਹੀਂ ਹੋਏਗਾ ਆਪਸ਼ਨ, ਕਿਉਂਕਿ ਇੱਥੇ ਜਿਹੜਾ ਵਰਡ ਹੈ ਇਹ ਆਪਾਂ ਸਿੰਪੈਥੀ ਲਈ ਯੂਜ਼ ਕਰਦੇ ਹਾਂ। ਸੋ ਐਰੋਡਾਇਨਾਮਿਕ ਵੀ ਇੱਕ ਡਿਫਰੈਂਟ ਟਰਮ ਹੈਗੀ ਹੈ। ਸੋ ਐਪੀਡੈਮਿਕ ਹੁੰਦਾ ਹੈ ਕਿ ਫੋਰ ਐਗਜ਼ਾਮਪਲ ਤੁਹਾਡੇ ਕੋਲ ਕਰੋਨਾ ਦਾ ਕੇਸ ਸੀਗਾ। ਸੋ ਇੱਥੇ ਅਗਰ ਆਪਾਂ ਗੱਲ ਕਰੀਏ ਕੰਪਲੈਕਸ ਦੀ ਤਾਂ ਇੱਥੇ ਜਿਹੜੀ ਆਪਸ਼ਨ ਆਏਗੀ ਉਹ ਆਏਗੀ ਡਾਇਨਾਮਿਕ, ਕਿਉਂਕਿ ਕੰਪਲੈਕਸ ਐਂਡ ਡਾਇਨਾਮਿਕ ਤੁਹਾਡੇ ਕੋਲ ਰਿਲੇਟ ਕਰਦੀਆਂ ਨੇ ਦੋਨੋਂ ਟਰਮਸ। ਸੈਕਿੰਡ ਦੇ ਵਿੱਚ ਉਹਨੇ ਗੱਲ ਕੀਤੀ ਹੈ increased demand for agriculture commodities generates incentives। incentives ਨੂੰ ਜਨਰੇਟ ਕਰਦੇ ਨੇ to convert forest and grassland, means ਜਿਹੜੇ forest ਨੇ ਜਾਂ grasslands ਨੇ ਉਹਨਾਂ ਨੂੰ farm ਦੇ ਵਿੱਚ ਉਹਨਾਂ ਨੇ convert ਕਰਨਾ ਹੈ to increase the incentives, ਆਪਣੇ ਮਤਲਬ ਉਸ ਚੀਜ਼ ਦੀ ਉਹਨਾਂ ਨੇ ਡਿਮਾਂਡ ਵਧਾਈ ਹੈ। the dash to agriculture, ਸੋ ਇੱਥੇ ਕੀ ਆਏਗਾ ਸਾਡੇ ਕੋਲ ਨਾਊਨ ਆਏਗਾ। ਸੋ ਇੱਥੇ ਆਪਣੇ ਕੋਲ ਉਹਨੇ ਕਿਹਾ ਕਿ ਟੂ ਐਗਰੀਕਲਚਰ ਫਰੋਮ ਨੈਚੁਰਲ ਵੈਜੀਟੇਸ਼ਨ। ਸੋ ਉਹ ਚੀਜ਼ ਐਗਰੀਕਲਚਰ ਦੇ ਵਿੱਚ ਕਨਵਰਟ ਹੋਈ ਹੈ ਫਰੋਮ ਨੈਚੁਰਲ ਵੈਜੀਟੇਸ਼ਨ ਤੋਂ ਕਨਵਰਟ ਹੋਈ ਹੈ। ਸੋ ਜੋ ਆਪਾਂ ਕਨਵਰਟ ਦੀ ਗੱਲ ਕਰਦੇ ਹਾਂ ਤਾਂ ਉੱਥੇ ਹੁੰਦਾ ਟ੍ਰਾਂਜੀਸ਼ਨ, ਆਇਡੈਂਟੀਫਿਕੇਸ਼ਨ, ਇੰਟਰਪ੍ਰੀਟੇਸ਼ਨ ਐਂਡ ਪੋਜੀਸ਼ਨ। ਸੋ ਮੇਰੇ ਅਕੋਰਡਿੰਗ ਇਹਦੇ ਵਿੱਚ ਪਹਿਲਾਂ ਆਪਾਂ ਨੇ ਐਲੀਮੀਨੇਸ਼ਨ ਸਟ੍ਰੈਟਜੀ ਯੂਜ਼ ਕਰਨੀ ਹੈ, ਜਿਹੜੀਆਂ ਦੋ ਬਲੈਂਕਸ ਬਿਲਕੁਲ ਹੀ ਇੱਥੇ ਫਿੱਟ ਨਹੀਂ ਹੋ ਸਕਦੀਆਂ। ਸੋ ਇੰਟਰਪ੍ਰੀਟੇਸ਼ਨ ਹੁੰਦਾ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਇੰਟਰਪ੍ਰੇਟ ਕਰਕੇ ਦੱਸ ਰਹੇ ਹੋ। ਪੋਜੀਸ਼ਨ ਤਾਂ ਵੈਸੇ ਹੀ ਨਹੀਂ ਆਏਗਾ ਕਿਉਂਕਿ ਉਹਨੇ ਕਿਹਾ ਕਿ ਫਰੋਮ ਵਰਡ ਹੈਗਾ, ਇੱਥੇ ਤੋਂ ਲੈ ਕੇ ਉੱਥੇ ਤੱਕ ਚੀਜ਼ ਕਨਵਰਟ ਹੋਈ ਹੈ। ਸੋ ਆਇਡੈਂਟੀਫਿਕੇਸ਼ਨ ਇਜ਼ ਟੂ ਆਇਡੈਂਟੀਫਾਈ ਸਮਥਿੰਗ, ਸੋ ਹੇਅਰ ਆਪਸ਼ਨ ਇਜ਼ ਟ੍ਰਾਂਜੀਸ਼ਨ। ਸੋ ਸੈਕਿੰਡ ਦੇ ਵਿੱਚ ਆਏਗਾ ਟ੍ਰਾਂਜੀਸ਼ਨ। ਸੋ ਇਹ ਲਾਈਨ ਇੱਥੇ ਖਤਮ ਹੋ ਗਈ। ਨੈਕਸਟ ਆ ਗਿਆ ਦੀ ਇਫੈਕਟਸ ਆਫ ਸੋਇਲ ਇਰੋਜ਼ਨ ਗੋ ਬਿਯੋਂਡ ਦੀ ਲਾਸ ਆਫ, ਜਿਹੜੇ ਇਹਦੇ ਇਫੈਕਟਸ ਨੇ ਸੋਇਲ ਇਰੋਜ਼ਨ ਦੇ, ਸੋ ਉਹ ਕੀ ਗੋ ਬਿਯੋਂਡ ਦੀ ਲਾਸ ਆਫ ਡੈਸ਼ ਲੈਂਡ। ਸੋ ਇੱਥੇ ਲੈਂਡ ਦੀ ਪ੍ਰੋਪਰਟੀ ਦੀ ਗੱਲ ਹੋਈ ਹੈ, ਹੌਸਟਾਈਲ, ਟੈਕਸਟਾਈਲ, ਫਰਟਾਈਲ ਐਂਡ ਡਕਟਾਈਲ। ਸੋ ਟੈਕਸਟਾਈਲ ਤਾਂ ਆਪਾਂ ਇੰਡਸਟਰੀ ਲਈ ਯੂਜ਼ ਕਰਦੇ ਹਾਂ। ਸੋ ਹੌਸਟਾਈਲ ਵੀ ਇੱਥੇ ਕੋਈ ਆਪਸ਼ਨ ਨਹੀਂ ਆਏਗੀ, ਆਪਣੇ ਕੋਲ ਦੋ ਆਪਸ਼ਨ ਬਣਦੀਆਂ ਨੇ ਫਰਟਾਈਲ ਐਂਡ ਡਕਟਾਈਲ। ਸੋ ਅਗਰ ਲੈਂਡ ਦੀ ਗੱਲ ਹੋ ਰਹੀ ਹੈ ਤਾਂ ਫਰਟਾਈਲ ਮੀਨ ਹੁੰਦਾ ਹੈ ਕਿ ਉਪਜਾਊ, ਸੋ ਆਪਾਂ ਇੱਥੇ ਯੂਜ਼ ਕਰਾਂਗੇ ਫਰਟਾਈਲ ਲੈਂਡ। ਨੈਕਸਟ ਹੈਗਾ ਇਟ ਹੈਜ਼ led to increased pollution and sedimentation in streams। ਇਹਦੇ ਨਾਲ ਕੀ ਹੋ ਰਿਹਾ ਕਿ pollution ਵੱਧ ਰਿਹਾ ਹੈ, clogging ਹੋ ਰਹੀ ਹੈ these waterways and causing decline, ਮਤਲਬ pollution ਵੱਧ ਗਿਆ ਤੇ ਉਸ ਤੋਂ ਬਾਅਦ ਕਲੌਗਿੰਗ ਹੋ ਗਈ। ਫਿਰ ਉਹਨੇ ਕਿਹਾ ਕਿ ਜਿਹੜਾ ਫਿਸ਼ ਹੈਗਾ, ਜਿਹੜੀਆਂ ਮਤਲਬ ਵਾਟਰ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ ਫਿਸ਼ਿਸ, ਸੋ ਉਹਦੇ ਵਿੱਚ ਵੀ ਡਿਕਲਾਈਨ ਹੋ ਰਿਹਾ। ਸੋ ਫਿਸ਼ ਤੋਂ ਰਿਲੇਟਡ ਇੱਥੇ ਟਰਮ ਆਏਗੀ ਐਂਡ ਅਦਰ ਸਟਫ ਰਿਸੋਰਸਿਸ ਫੂਡ ਐਂਡ ਸਪੀਸ਼ੀਜ਼। ਸੋ ਆਪਾਂ ਨੂੰ ਵਾਟਰ ਦੇ ਵਿੱਚ ਸਟਫ ਤਾਂ ਨਹੀਂ ਮਿਲੇਗਾ, ਰਿਸੋਰਸਿਸ ਵੀ ਨਹੀਂ ਹੋਣਗੇ, ਫੂਡ ਵੀ ਨਹੀਂ ਹੋਏਗਾ, ਤਾਂ ਇੱਥੇ ਫਿਸ਼ ਨਾਲ ਰਿਲੇਟਡ ਕਿਹੜੀ ਟਰਮ ਬਣ ਰਹੀ ਹੈ ਆਪਣੇ ਕੋਲ, ਇੱਕੋ ਹੀ ਟਰਮ ਬਣ ਰਹੀ ਹੈ ਸਪੀਸ਼ੀਜ਼। ਸੋ ਤੁਸੀਂ ਆਪਣੇ ਆਪਸ਼ਨਸ ਵੀ ਚੈੱਕ ਕਰ ਸਕਦੇ ਹੋ। ਮੇਰੇ ਅਕੋਰਡਿੰਗ ਜਿਹੜਾ ਫਸਟ ਹੈਗਾ ਉਹ ਹੈਗਾ ਡਾਇਨਮਿਕ, ਸੈਕੰਡ ਇਜ਼ ਦੀ ਟ੍ਰਾਂਜੀਸ਼ਨ, ਥਰਡ ਇਜ਼ ਦੀ fertile, and last one is the species. So click on the next button. Next ਜਿਹੜਾ ਪੈਰਾਗ੍ਰਾਫ ਹੈ ਥੋੜਾ ਮਤਲਬ ਉਹਦੇ ਵਰਡਸ ਥੋੜੇ ਘੱਟ ਨੇ। ਸੋ ਇੱਥੇ ਜਿਹੜੀਆਂ ਆਪਸ਼ਨਸ ਨੇ, ਬਲੈਂਕਸ ਨੇ, ਆਪਣੇ ਕੋਲ 4 ਬਲੈਂਕਸ ਨੇ। ਸੋ ਤੁਸੀਂ ਵੀ ਨਾਲ ਦੀ ਨਾਲ ਦੇਖਣਾ ਕਿ ਤੁਹਾਡੇ ਅਕੋਰਡਿੰਗ ਕਿਹੜਾ ਜਿਹੜਾ ਆਪਸ਼ਨ ਹੈ ਉਹ ਬੈਸਟ ਸੂਟ ਕਰ ਰਿਹਾ ਹੈ। ਸੋ ਨੈਕਸਟ ਹੈ ਐਜ਼ ਚਿਲਡਰਨ ਗਰੋ देयर नीड्स चेंज फ्रॉम प्राइमरली। ਜਦੋਂ ਬੱਚੇ ਗਰੋ ਕਰਦੇ ਨੇ ਤਾਂ ਉਹਨਾਂ ਦੀਆਂ ਨੀਡਸ ਚੇਂਜ ਹੁੰਦੀਆਂ ਨੇ, ਲਾਈਕ ਫੀਡਿੰਗ, ਚੇਂਜਿੰਗ ਡਾਈਪਰਸ ਐਂਡ ਸਲੀਪ ਟੂ ਮੋਰ ਕੋਗਨੀਟਿਵ ਐਂਡ ਇਮੋਸ਼ਨਲ ਵਨਸ। ਫੀਡਿੰਗ, ਚੇਂਜਿੰਗ ਡਾਈਪਰ, ਸਲੀਪ ਤੋਂ ਮੋਰ ਕੋਗਨੇਟਿਵ ਤੇ ਇਮੋਸ਼ਨਲਸ ਹੁੰਦੀਆਂ ਨੇ। ਪੇਰੈਂਟਸ ਬਿਕਮ ਦੀ ਪ੍ਰਾਇਮਰੀ ਸੋਰਸ ਆਫ, ਜਿਹੜੇ ਪੇਰੈਂਟਸ ਹੁੰਦੇ ਨੇ ਉਹ ਪ੍ਰਾਇਮਰੀ ਸੋਰਸ ਹੁੰਦੇ ਨੇ ਆਫ ਇਨਸਟਿਲਿੰਗ ਕਲਚਰਲ ਐਂਡ ਸਪਿਰਿਚੁਅਲ ਵੈਲਿਊਜ਼ ਐਜ਼ ਵੈਲ ਐਜ਼। ਸੋ ਇੱਥੇ ਉਹਨੇ ਕਰਤਾ ਕਲਚਰਲ ਐਂਡ ਸਪਿਰਿਚੁਅਲ ਵੈਲਿਊਜ਼ ਐਜ਼ ਵੈਲ ਐਜ਼। ਨੈਕਸਟ ਸਾਡੇ ਕੋਲ ਫਰੇਜ਼ ਆ ਗਿਆ ਅ ਚਾਈਲਡਸ ਇੰਡੀਵਿਜੂਅਲ ਪਰਸਨੈਲਿਟੀ। ਸੋ ਉਹ ਸਪਿਰਿਚੁਅਲ ਵੈਲਿਊਜ਼ ਤਾਂ ਉਹਨਾਂ ਨੂੰ ਦੇਣਗੇ ਹੀ, ਸੋ ਹੋਰ ਵੀ ਉਹਨਾਂ ਦੀ ਜਿਹੜੀ ਇੰਡੀਵਿਜੂਅਲ ਪਰਸਨੈਲਿਟੀ ਹੈ ਉਹਦੇ ਲਈ ਕੀ ਕਰਨਗੇ। ਨੈਕਸਟ ਹੈਗਾ ਦਿਸ ਪੀਰੀਅਡ ਟੇਕਸ ਅ ਟਰਮੈਂਡਸ ਅਮਾਊਂਟ ਆਫ ਟਾਈਮ
ਇਸ ਪੀਰੀਅਡ ਲਈ ਉਹਨਾਂ ਨੂੰ ਕਾਫੀ ਟਾਈਮ ਚਾਹੀਦਾ ਹੈਗਾ ਐਂਡ ਡੈਸ਼ ਫਰੋਮ ਪੈਰੈਂਟਸ। ਸੋ ਉਹਨਾਂ ਨੂੰ ਇਹਨਾਂ ਚੋਂ ਵੀ ਕੋਈ option ਚਾਹੀਦੀ ਹੈਗੀ ਹੈ from parents, so as the children remain the focus of daily interactions। so next line ਦੇ ਵਿੱਚ ਉਹਨੇ ਕਿਹਾ ਕਿ think of the family that runs around taking children to soccer, baseball, piano lessons, church and dash their educational development। so ਇਹਨਾਂ ਚੀਜ਼ਾਂ ਦੀ ਗੱਲ ਹੋਈ ਹੈ। so ਇਸੇ ਤੋਂ ਰਿਲੇਟਡ option ਇੱਥੇ ਆਏਗੀ। ਸੋ ਆਪਾਂ ਅਗਰ ਗੱਲ ਕਰੀਏ ਤਾਂ ਇਸ ਦੇ ਵਿੱਚ ਇੱਕ ਬੱਚੇ ਦੀ ਗੱਲ ਹੋ ਰਹੀ ਹੈ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇੱਕ ਫੈਮਿਲੀ ਦੀ ਗੱਲ ਹੋ ਰਹੀ ਹੈ। ਸੋ ਦਿਸ ਇਜ਼ ਦੀ ਮੇਨ ਫੋਕਸ ਔਰ ਮੇਨ ਟੌਪਿਕ ਆਫ ਦੀ paragraph and you have to choose according to the option। so first try to eliminate the two options ਕਿਉਂਕਿ ਉਹਦੇ ਨਾਲ ਤੁਹਾਨੂੰ ਕੀ ਹੋਏਗਾ ਥੋੜਾ ਈਜ਼ੀ ਹੋ ਜਾਏਗਾ। ਸੋ ਇੱਥੇ ਉਹਨੇ ਕਿਹਾ ਕਿ as their children grow their needs from primarily, so primarily ਕਿਹੜੀਆਂ ਹੋ ਗਈਆਂ psychological, ਐਜੂਕੇਸ਼ਨਲ, ਫਿਜ਼ੀਕਲ ਐਂਡ ਸੋਸ਼ਲ। ਸੋ ਸੋਸ਼ਲ ਵੀ ਆਪਣੀਆਂ ਕੁਛ ਨੀਡਸ ਹੁੰਦੀਆਂ ਨੇ ਜਾਂ ਫਿਜ਼ੀਕਲ ਹੁੰਦੀਆਂ ਨੇ। ਐਜੂਕੇਸ਼ਨਲ ਦੀ ਗੱਲ ਉਹਨੇ ਅੱਗੇ ਕੀਤੀ ਹੈ ਕਿਉਂਕਿ ਇੱਥੇ ਉਹਨੇ ਕਿਹਾ ਦੀ ਐਜੂਕੇਸ਼ਨਲ ਡਿਵੈਲਪਮੈਂਟ। ਤੇ ਨੈਕਸਟ ਫਸਟ ਸਾਡੇ ਕੋਲ ਹੈਗਾ ਸਾਈਕੋਲੋਜੀਕਲ। ਸੋ ਸਾਈਕੋਲੋਜੀਕਲ ਵਰਡ ਇੱਥੇ ਮਤਲਬ ਨਹੀਂ ਸੂਟ ਕਰ ਰਿਹਾ ਕਿਉਂਕਿ ਇੱਥੇ ਗੱਲ ਹੋਈ ਹੈ ਫੀਡਿੰਗ, ਚੇਂਜਿੰਗ ਡਾਈਪਰ ਐਂਡ ਸਲੀਪ। ਸੋ ਅਗਰ ਆਪਾਂ ਇਹਨਾਂ ਤਿੰਨਾਂ ਦੀ ਗੱਲ ਕਰੀਏ ਤਾਂ ਇਹ ਸਾਡੀਆਂ ਰਿਲੇਟ ਕਰਦੀਆਂ ਨੇ ਸੋਸ਼ਲ ਦੇ ਨਾਲ ਜਾਂ ਫਿਜ਼ੀਕਲ ਦੇ ਨਾਲ। ਸੋ ਸੋਸ਼ਲ ਦੇ ਨਾਲ ਇਹ ਰਿਲੇਟ ਨਹੀਂ ਕਰਨਗੀਆਂ। ਸੋ ਸਾਡੇ ਕੋਲ ਜਿਹੜਾ ਪਹਿਲਾ ਆਪਸ਼ਨ ਆਏਗਾ ਉਹ ਕੀ ਆਏਗਾ ਫਿਜ਼ੀਕਲ। ਨੈਕਸਟ ਉਹਨੇ ਕਿਹਾ ਨੈਕਸਟ ਜਿਹੜਾ ਲਾਈਨ ਹੈਗੀ ਹੈ ਪੈਰੈਂਟਸ ਬਿਕਮ ਦੀ ਪ੍ਰਾਇਮਰੀ ਸੋਰਸ ਆਫ ਕਲਚਰ ਐਂਡ ਸਪਿਰਿਚੁਅਲ ਵੈਲਿਊਜ਼ ਐਜ਼ ਵੈਲ ਐਜ਼ ਅ ਚਾਈਲਡ ਇੰਡੀਵਿਜੂਅਲ ਪਰਸਨੈਲਿਟੀ। ਉਹ ਕੀ ਕਰਨਗੇ ਚਾਈਲਡ ਦੀ ਇੰਡੀਵਿਜੂਅਲ ਪਰਸਨੈਲਿਟੀ ਨੂੰ caring, calculating, feeding या fostering। so caring a child individual personality is not suitable according to the blank। calculating ਤਾਂ ਬਿਲਕੁਲ ਵੀ ਨਹੀਂ ਆਏਗਾ। so feed ਵੀ ਨਹੀਂ ਆਏਗਾ। feed ਤਾਂ ਇੱਕ ਡਿਫਰੈਂਟ ਵਰਡ ਹੋ ਗਿਆ ਇੱਥੇ। so ਇੱਥੇ ਜਿਹੜੇ ਆਪਣੇ ਕੋਲ ਆਪਸ਼ਨ ਸੂਟ ਕਰਦੇ ਨੇ caring and fostering। so ਆਪਣੇ ਕੋਲ ਇੱਥੇ ਆਏਗਾ ਆਪਸ਼ਨ fostering। ਨੈਕਸਟ ਉਹਨੇ ਗੱਲ ਕੀਤੀ ਹੈ ਦਿਸ ਪੀਰੀਅਡ ਟੇਕਸ ਅ ਟਰਮੈਂਡਸ ਅਮਾਊਂਟ ਆਫ ਟਾਈਮ। ਇਸ ਪੀਰੀਅਡ ਲਈ ਉਹਨਾਂ ਨੂੰ ਕਾਫੀ ਟਾਈਮ ਚਾਹੀਦਾ ਹੈਗਾ ਐਂਡ ਡੈਸ਼ ਫਰੋਮ ਪੇਰੈਂਟਸ, ਕਮਿਟਮੈਂਟ, ਕੰਪੋਨੈਂਟਸ, ਕੰਪਾਈਲੈਂਸ ਐਂਡ ਕਮੈਂਟਸ। ਸੋ ਕਮਿਟਮੈਂਟ ਕੈਨ ਬੀ ਦੀ ਆਪਸ਼ਨ, ਕੰਪੋਨੈਂਟਸ ਤੁਸੀਂ ਡਾਇਰੈਕਟਲੀ ਐਲੀਮੀਨੇਟ ਕਰ ਸਕਦੇ ਹੋ, ਕੰਪਾਈਲੈਂਸ ਵੀ ਐਲੀਮੀਨੇਟ ਹੋਏਗਾ। ਸੋ ਕਮੈਂਟਸ ਫਰੋਮ ਪੇਰੈਂਟਸ ਇੱਥੇ ਅਗਰ ਆਪਾਂ ਗੱਲ ਕਰੀਏ ਇੱਥੇ ਆਪਣੇ ਕੋਲ ਸੂਟ ਨਹੀਂ ਕਰ ਰਿਹਾ। ਸੋ ਮੇਰੇ ਅਕੋਰਡਿੰਗ ਜਿਹੜਾ ਇੱਥੇ ਆਪਸ਼ਨ ਆਏਗਾ ਤਾਂ ਆਏਗਾ ਕਮਿਟਮੈਂਟ ਕਿ ਉਹਨਾਂ ਨੂੰ ਆਪਣੇ ਪੇਰੈਂਟਸ ਕੋਲ ਇੱਕ ਕਮਿਟਮੈਂਟ ਚਾਹੀਦਾ ਹੈ ਕਿ ਉਹ ਉਹਨਾਂ ਦੀ ਜਿਹੜੀ ਡੇਲੀ ਲਾਈਫ ਹੈ ਮਤਲਬ ਉਹਨਾਂ ਦਾ ਉੱਥੇ ਫੋਕਸ ਰਹੇਗਾ। ਨੈਕਸਟ ਉਹਨੇ ਕਿਹਾ ਹੈ ਕਿ think of the family that runs around taking children to soccer, baseball, piano lessons, church and dash their educational development। so option ਹੈਗੀ ਹੈ granting, guiding, generating and gaining। so ਅਗਰ ਤੁਸੀਂ ਇਹਦੀ ਗੱਲ ਕਰੋ ਕਿ ਉਹ ਉਹਨਾਂ ਨੂੰ ਡਿਫਰੈਂਟ ਜਿਹੜੀਆਂ ਪਲੇਸ ਨੇ ਡਿਫਰੈਂਟ ਗੇਮਸ ਨੇ ਉੱਥੇ ਲੈ ਕੇ ਜਾ ਰਹੇ ਆ ਫਿਰ ਜਿਹੜਾ ਉਹਨਾਂ ਦਾ ਇੰਟਰਸਟ ਹੈ ਉੱਥੇ ਲੈ ਕੇ ਜਾ ਰਹੇ ਆ। ਸੋ ਗ੍ਰਾਂਟਿੰਗ ਤੁਸੀਂ ਡਾਇਰੈਕਟਲੀ ਐਲੀਮੀਨੇਟ ਕਰ ਸਕਦੇ ਹੋ ਕਿਉਂਕਿ ਗ੍ਰਾਂਟ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਮਤਲਬ ਫॉर ਗ੍ਰਾਂਟਡ ਲੈ ਰਹੇ ਹੋ, ਇਹ ਹੈਗੀ ਹੀ ਹੈਗੀ ਹੈ। ਸੋ ਗਾਈਡਿੰਗ देयर ਐਜੂਕੇਸ਼ਨਲ ਡਿਵੈਲਪਮੈਂਟ ਆਪਸ਼ਨ ਹੋ ਸਕਦੀ ਹੈ। ਜਨਰੇਟਿੰਗ ਨਹੀਂ ਹੋ ਸਕਦਾ ਕਿਉਂਕਿ ਜਨਰੇਟ ਹੁੰਦਾ ਕਿ ਤੁਸੀਂ ਬਿਲਕੁਲ ਉਸ ਚੀਜ਼ ਨੂੰ ਜਨਰੇਟ ਕਰ ਰਹੇ ਹੋ ਬਟ ਉੱਥੇ ਉਹਨਾਂ ਨੂੰ ਤੁਸੀਂ ਲੈ ਕੇ ਜਾ ਰਹੇ ਹੋ। ਸੋ ਗੇਨਿੰਗ ਹੁੰਦਾ ਕਿ ਤੁਹਾਨੂੰ ਕੀ ਮਿਲ ਰਿਹਾ। ਸੋ ਮੇਰੇ ਅਕੋਰਡਿੰਗ ਇੱਥੇ ਜਿਹੜਾ ਆਪਸ਼ਨ ਆਏਗਾ ਉਹ ਆਏਗਾ ਗਾਈਡਿੰਗ। ਸੋ ਮੇਰੇ ਅਕੋਰਡਿੰਗ ਜਿਹੜੇ ਇਹਨਾਂ ਦੇ ਆਨਸਰਸ ਨੇ ਉਹ ਹੈਗਾ ਫਿਜ਼ੀਕਲ, ਫੋਸਟਰਿੰਗ, ਕਮਿਟਮੈਂਟ ਐਂਡ ਗਾਈਡਿੰਗ। ਸੋ ਕਲਿੱਕ ਔਨ ਦੀ ਨੈਕਸਟ ਬਟਨ। ਨੈਕਸਟ ਹੈਗਾ ਸੋਸ਼ਲ ਮੀਡੀਆ। ਅਗੇਨ ਆਪਣੇ ਕੋਲ ਇੱਥੇ 4 ਬਲੈਂਕਸ ਨੇ। ਸੋਸ਼ਲ ਮੀਡੀਆ ਐਂਡ ਟੈਕਨੋਲੋਜੀ ਆਰ ਚੇਂਜਿੰਗ ਦੀ ਵੇਜ਼ ਵੀ ਕਮਿਊਨੀਕੇਟ ਇਨ ਗਰੁੱਪਸ। ਜਿਹੜਾ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਹੈ ਉਹ ਚੇਂਜ ਕਰ ਰਿਹਾ ਵੇਜ਼ ਨੂੰ ਕਿ ਆਪਾਂ ਕਿਵੇਂ ਗਰੁੱਪਸ ਦੇ ਵਿੱਚ ਕਮਿਊਨੀਕੇਟ ਕਰਦੇ ਹਾਂ। ਦੇਰ ਇਜ਼ ਨੋ ਡਾਊਟ ਦੈਟ ਟੈਕਨੋਲੋਜੀ ਇਜ਼ ਰੈਪਿਡਲੀ ਚੇਂਜਿੰਗ ਦੀ ਵੇਜ਼ ਵੀ ਕਮਿਊਨੀਕੇਟ ਇਨ ਅ ਵੈਰਾਈਟੀ ਆਫ ਕੰਟੈਕਸਟ। ਮੀਨਸ ਟੈਕਨੋਲੋਜੀ ਦੇ ਅਕੋਰਡਿੰਗ ਸਾਡੇ ਜਿਹੜੇ ਕਮਿਊਨੀਕੇਟ ਦੇ ਵੇਜ਼ ਨੇ ਉਹ ਚੇਂਜ ਹੋ ਰਹੇ ਨੇ। ਉਹ ਵੇਜ਼ ਕੀ ਨੇ ਲਾਈਕ ਕੰਟੈਕਸਟ ਐਂਡ ਗਰੁੱਪ ਕਮਿਊਨੀਕੇਸ਼ਨ ਇਜ਼ ਨਿਊ। ਸੋ ਜਿਹੜੀ ਵੈਰਾਈਟੀ ਆਫ ਕੰਟੈਕਸਟ ਹੈ ਐਂਡ ਗਰੁੱਪ ਕਮਿਊਨੀਕੇਸ਼ਨ ਇਜ਼ ਨਿਊ। ਸੋ ਐਕਸੈਪਸ਼ਨ, ਐਗਜ਼ਾਮਪਲੀਫਿਕੇਸ਼ਨ, ਐਕਸਟ੍ਰੈਡੀਸ਼ਨ ਐਂਡ ਐਕਸਕਰਜ਼ਨ ਇਹਨਾਂ ਦੇ ਵਿੱਚੋਂ ਕੋਈ ਆਪਸ਼ਨ ਹੋਏਗੀ। ਆਪਾਂ ਅੱਗੇ ਪੜ੍ਹਦੇ ਹਾਂ ਪਹਿਲਾਂ। ਮੈਨੀ ਆਰਗੇਨਾਈਜੇਸ਼ਨ ਯੂਜ਼ ਕੰਪਿਊਟਰਸ ਐਂਡ ਸੈੱਲ ਫੋਨ
कुछ ऑर्गेनाइजेशन कंप्यूटर ते सैलफोन यूज़ करते हैं एज अ प्राइमरी वे टू कीप ग्रुप्स कनैक्टेड गिवन देयर ईज ऑफ यूज़ लो कॉस्ट एंड असिक्रोनस नेचर अकॉर्डिंग टू देयर मतलब ਜਿਹੜਾ ਉਹਨਾਂ ਲਈ ਜ਼ਿਆਦਾ ਈਜ਼ੀ ਹੈਗਾ ਜਿਹੜਾ ਉਹਨਾਂ ਦਾ ਪ੍ਰਾਇਮਰੀ ਫੋਕਸ ਹੈ ਉਹਦੇ ਅਕੋਰਡਿੰਗ ਉਹ ਯੂਜ਼ ਕਰਦੇ ਨੇ In fact, it's likely that your course web pages also have group forms for class group to deal with the dash of finding times to meet. ਸੋ ਇੱਥੇ ਉਹਨੇ ਗੱਲ ਕੀਤੀ ਹੈ ਕਿ ਤੁਹਾਡੇ ਕੋਈ ਵੈਬ ਪੇਜ ਬਣੇ ਹੁੰਦੇ ਨੇ ਜਿਹਦੇ ਨਾਲ ਤੁਸੀਂ ਡੀਲ ਕਰਦੇ ਹੋ ਆਪਣੇ ਫਰੈਂਡਸ ਨੂੰ ਮਿਲਣ ਦਾ ਟਾਈਮ ਡਿਸਾਈਡ ਕਰਦੇ ਹੋ ਕਿ ਤੁਸੀਂ ਕਦੋਂ ਮਿਲਣਾ ਹੈਗਾ ਸੋ ਇੱਥੇ ਟਾਈਮ ਤੋਂ ਰਿਲੇਟਡ ਤੁਹਾਡੇ ਕੋਲ ਕੋਈ ਆਪਸ਼ਨ ਹੋਏਗੀ ਨੈਕਸਟ ਉਹਨੇ ਕਿਹਾ ਹੈ The group that worked on this chapter used Google Docs to have live chats. अगर तुसी Google Docs use कर रहे हो live chats कर सकते हो online transfer documents back and so ऐथे documents back and fill forth to word and beyond so back ਦੇ ਨਾਲ ਜਿਹੜਾ ਤੁਹਾਡੇ ਕੋਲ option suit ਕਰੇਗਾ ਤੁਸੀਂ ਉਹ option fill ਕਰਨਾ है The last line ਦੇ ਵਿੱਚ ਉਹ ਕਹਿ ਰਿਹਾ ਹੈ as you enter the workforce you will likely find yourself participating in virtual groups with people who have been brought together from a dash of geographical locations so ਪਹਿਲਾਂ ਆਪਾਂ first blank ਤੇ ਆਉਂਦੇ ਹਾਂ ਸੋ ਫਸਟ ਬਲੈਂਕ ਦੇ ਵਿੱਚ ਅਗਰ ਆਪਾਂ ਇਸ ਪੈਰੇ ਦੀ ਗੱਲ ਕਰੀਏ ਤਾਂ ਇੱਥੇ ਟੈਕਨੋਲੋਜੀ ਤੋਂ ਰਿਲੇਟਡ ਗੱਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਤੋਂ ਰਿਲੇਟਡ ਗੱਲ ਹੋ ਰਹੀ ਹੈ ਕਿ ਕਿਵੇਂ ਟੈਕਨੋਲੋਜੀ ਨਾਲ ਸਾਡੇ ਜਿਹੜੀ ਕਮਿਊਨੀਕੇਸ਼ਨ ਹੈ ਉਹ ਕਿਵੇਂ ਹੁੰਦੀ ਹੈ ਵਰਚੁਅਲ ਹੁੰਦੀ ਹੈ ਜਾਂ ਤੁਸੀਂ ਵਿਦ ਪਰਸਨ ਜਾ ਕੇ ਉਹਨੂੰ ਮਿਲਦੇ ਹੋ ਸੋ ਪਹਿਲੀ ਲਾਈਨ ਦੇ ਵਿੱਚ ਉਹਨੇ ਕਿਹਾ ਕਿ ਵੀ ਕਮਿਊਨੀਕੇਟ ਇਨ ਅ ਵੈਰਾਈਟੀ ਆਫ ਕੰਟੈਕਸਟ ਅਸੀਂ ਵੈਰਾਈਟੀ ਆਫ ਕੰਟੈਕਸਟ ਦੇ ਵਿੱਚ ਕਮਿਊਨੀਕੇਟ ਕਰਦੇ ਹਾਂ ਐਂਡ ਗਰੁੱਪ ਕਮਿਊਨੀਕੇਸ਼ਨ ਇਜ਼ ਨੋ ਐਕਸੈਪਸ਼ਨ exemplification extradition and excursion so exemplification ਤਾਂ ਆਪਾਂ ਉਸ ਚੀਜ਼ ਐਗਜ਼ਾਮਪਲ ਲਈ ਜਿਹਨੂੰ ਕਹਿੰਦੇ ਆ ਕਿ ਯੂਜ਼ ਕਰ ਲਿਆ ਐਕਸਟ੍ਰੈਡੀਸ਼ਨ ਵੀ ਸਾਡੇ ਕੋਲ ਮਤਲਬ ਇਹਨਾਂ ਦੋਨਾਂ ਨੂੰ ਤੁਸੀਂ ਡਾਇਰੈਕਟਲੀ ਐਲੀਮੀਨੇਟ ਕਰ ਸਕਦੇ ਹੋ ਨੈਕਸਟ ਇਜ਼ ਦੀ ਐਕਸਕਰਜ਼ਨ ਸੋ ਮੇਰੇ ਲਈ ਜਿਹੜਾ ਆਪਸ਼ਨ ਹੈ ਮੇਰੇ ਅਕੋਰਡਿੰਗ ਉਹ ਆਏਗਾ ਐਕਸੈਪਸ਼ਨ ਕੋਈ ਐਕਸੈਪਸ਼ਨ ਨਹੀਂ ਹੈਗੀ ਉਸ ਤੋਂ ਬਾਅਦ ਉਹਨੇ ਕਿਹਾ ਕਿ ਇਨਫੈਕਟ ਇਟਸ ਲਾਈਕਲੀ ਦੈਟ ਯੂਅਰ ਵੈਬ ਪੇजेस also have group forms for class groups to deal with the localities, liabilities, complexities and casualties. So with the अगर तुहाडे कोल localities of finding times so localities of finding times I think कोई meaning नहीं बन रहा अगर तुसी इत्थे नू fill करके देखो सो दूजी अपने कोल ऑप्शन है लाइबिलिटीज़ लाइबिलिटी हुंदा कि थानू इस चीज़ दे लई की मिल रहा है कॉम्पलैक्सिटी ऑफ फाइंडिंग कि थानू टाइम शेड्यूल करके थानू वो चीज़ नहीं मिल रही सो तुसी वैब पेज बनाए हुए ने सो उस दे अकॉर्डिंग इस चीज़ का मीनिंग निकल सकता है कैजुअलिटी हुंदी है कि तुसी किसी चीज़ नू लाइटली लै रहे हो सो मेरे लिए इत्थे जिहड़ी ऑप्शन है मेरे अकॉर्डिंग वो आएगा कॉम्पलैक्सिटीज़ ऑफ टाइम कि तुहाडे कोल टाइम की कमी हैगी आ तुहाडा टाइम थोड़ा ज़्यादा बिजी हैगा तां तुसी गूगल पेज या वैब पेज बना के अपने फ्रेंड्स नू मिल रहे हो उस तो बाद उन्हें कहा कि गूगल डॉक्स टू हैव लाइव चैट्स ऑनलाइन तुसी लाइव चैट कर सकते हो ट्रांसफर डॉक्यूमेंट्स कर सकते हो बैक एंड सो बैक दे नाल अगर तुसी गल करो तो ये अंडरस्टूड हैगा कि बैक एंड टू वर्ड नहीं आएगा बैक एंड बियॉन्ड नहीं आएगा बैक एंड फिल नहीं आएगा सो बैक दे नाल हमेशा आपां की पाउंदे हैं बैक एंड फोर्थ नैक्सट उन्हें क्या है एज यू एंटर दी वर्कफोर्स जदों तुसी वर्कफोर्स दे विच एंटर होंदे हो यू विल लाइकली find yourself participating in virtual groups with people who have been brought together from a variety of geographical locations variation kind and form सो ਇੱਥੇ ਤੁਸੀਂ ਧਿਆਨ ਰੱਖਣਾ ਹੈ ਕਈ ਬੱਚੇ ਕਾਲੀ ਦੇ ਵਿੱਚ ਫਰੋਮ ਦੇ ਚੱਕਰ ਦੇ ਵਿੱਚ ਵੀ ਆ ਜਾਂਦੇ ਆ ਕਿ ਫॉर्म ਹੈ ਜਾਂ ਫਰੋਮ ਹੈ ਸੋ ਮੇਰੇ ਅਕੋਰਡਿੰਗ ਅਗਰ ਤੁਸੀਂ ਬਾਕੀ ਜਗ੍ਹਾ ਤੋਂ ਆ ਰਹੇ ਹੋ डिफरेंट प्लेसिस तो आ रहे हो सो इत्थे तुहाडे कोल जिहड़ा ऑप्शन आ सकदा है वो वैरायटी आ सकदा है क्योंकि काइंड ऑफ जियोग्राफी नहीं तुसी यूज़ करोगे काइंड हो गया एक पर्टिकुलर चीज़ लई तुसी काइंड यूज़ कर रहे हो सो वेरीएशन वर्ड आपां यूज़ करते हैं टाइम दे लई सो इत्थे आएगा अपने कोल वैरायटी ऑफ जियोग्राफिकल लोकेशंस सो अकॉर्डिंग टू मी आंसर इज एक्सेप्शन कंपलैक्सिटीज़ फोर्थ and variety so click on the next button so first हैगा इहदे च again
4 blanks in the paragraph. Do you feel organized or confined in a clean workspace? कि तुसी organized feel करदे हो या confined feel करदे हो? Are you more productive when the sun is shining than when it's grey and cloudy outside? कि ਤੁਹਾਨੂੰ लगदा है कि तुसी more productive हो when the sun is shining, कि ਜਦੋਂ sun shine कर रहा है as compared to the clouding. Just as factors like weather and physical space, उन्हें कुछ factors ਦੀ ਗੱਲ ਕੀਤੀ ਹੈ according to me कि ਜਿਹੜੇ ਤੁਹਾਡੇ mood ਨੂੰ impact ਕਰ ਸਕਦੇ ਨੇ. ਸੋ ਇੱਥੇ ਉਹਨੇ ਕਿਹਾ ਕਿ just factors like weather and physical space improve us, impact us, impose us, imply us. So answer is simple here, you can choose easily. ਨੈਕਸਟ ਉਹਨੇ ਕਿਹਾ ਕਮਿਊਨੀਕੇਸ਼ਨ ਕਲਾਈਮੇਟ. ਕਮਿਊਨੀਕੇਸ਼ਨ ਕਲਾਈਮੇਟ ਜਿਹੜਾ ਹੈਗਾ ਉਹ ਸਾਡੇ ਇੰਟਰੈਕਸ਼ਨਸ ਨੂੰ ਇਫੈਕਟ ਕਰਦਾ ਹੈ and it is the overall feeling or emotional mood between people. Communication climate. If you going to visit means if you dread, force, scare, afraid going to visit your family during the holidays. अगर तुसी अपनी family ਨੂੰ ਮਿਲਣ ਜਾ ਰਹੇ ਹੋ, ਉਹਨਾਂ ਕੋਲ ਘੁੰਮਣ ਜਾ ਰਹੇ ਹੋ during the holidays because of tender tension, tendency and tensity between you and your sister, or you look forward to dinner with a particular set of friends because they make you laugh, you are dash to the communication climate. Relying, relating, responding and recycling. So ਇੱਥੇ ਗੱਲ ਹੋ ਰਹੀ ਹੈ according to me communication climate ਦੀ, ਕਿਉਂਕਿ ਇੱਥੇ ਲਿਖਿਆ ਹੋਇਆ ਕਿ ਕਿਹੜੀਆਂ ਚੀਜ਼ਾਂ ਨੇ ਜਾਂ ਕਿਹੜੇ ਤੁਹਾਡੇ ਕੋਲ ਫੈਕਟਰਸ ਨੇ ਜਿਹੜੇ ਤੁਹਾਡੇ ਮੂਡ ਨੂੰ ਇਫੈਕਟ ਕਰਦੇ ਨੇ. ਸੋ ਇਸ ਦੇ ਵਿੱਚ ਉਹਨੇ ਲਿਖਿਆ ਹੈਗਾ ਕਿ ਜਸਟ ਐਜ਼ ਫੈਕਟਰਸ ਲਾਈਕ ਵੈਦਰ ਐਂਡ ਫਿਜ਼ੀਕਲ ਸਪੇਸ. ਸੋ ਆਪਸ਼ਨਸ ਹੇਅਰ ਆਰ ਇੰਪਰੂਵ, ਇੰਪੈਕਟ, ਇੰਪੋਜ਼ ਐਂਡ ਇੰਪਲਾਈ. ਸੋ ਅਕੋਰਡਿੰਗ ਟੂ ਮੀ ਇੰਪੋਜ਼ ਐਂਡ ਇੰਪਲਾਈ ਇਜ਼ ਨॉट द करेक्ट ऑप्शन फॉर दिस blank and you can choose improve or impact, but ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਸਾਨੂੰ ਇਫੈਕਟ ਕਰਦੇ ਨੇ, ਸੋ ਵੀ ਚੂਜ਼ ਇੰਪੈਕਟ ਅਸ, ਕਿਉਂਕਿ ਇੰਪਰੂਵ ਨਹੀਂ ਕਰ ਰਹੇ, ਇੰਪੈਕਟ ਕਰ ਰਹੇ ਹਾਂ. ਨੈਕਸਟ ਉਹਨੇ ਲਿਖਿਆ if you going to visit your family, if you dread, force, scare and afraid. ਅਗਰ ਆਪਾਂ ਗੱਲ ਕਰੀਏ ਇੱਥੇ dread, scare and afraid ਦੀ, ਸੋ ਇਹਨਾਂ ਦਾ ਜਿਹੜਾ ਮੀਨਿੰਗ ਹੈ ਉਹ ਆਲਮੋਸਟ ਸਿਮਿਲਰ ਹੈਗਾ. ਸੋ ਮੇਰੇ ਅਕੋਰਡਿੰਗ ਇੱਥੇ ਕੀ ਆਏਗਾ, ਡਰੈਡ ਹੁੰਦਾ ਕਿ ਬਹੁਤ ਜ਼ਿਆਦਾ ਡਰਿਆ ਹੋਇਆ ਜਿਹਨੂੰ ਆਪਾਂ ਕਹਿੰਦੇ ਹਾਂ. ਫੋਰਸ ਹੁੰਦਾ ਫੋਰਸਫੁਲੀ ਤੁਸੀਂ ਕੋਈ ਚੀਜ਼ ਕਰ ਰਹੇ ਹੋ. ਸੋ ਸਕੇਅਰ ਵੀ ਹੁੰਦਾ, ਸਕੇਅਰ ਵੀ ਇੱਕ ਤਰ੍ਹਾਂ ਨਾਲ ਹੁੰਦਾ ਕਿ ਤੁਸੀਂ ਕਿਸੇ ਚੀਜ਼ ਤੋਂ ਸਕੇਅਰੀ ਫੀਲ ਕਰਦੇ ਹੋ. ਸੋ ਅਫਰੇਡ ਕਿਆ ਹੋ ਗਿਆ, ਤੁਹਾਡਾ ਡਰਨਾ ਹੋ ਗਿਆ. ਸਕੇਅਰੀ ਹੁੰਦਾ ਕੋਈ ਕਿਸੇ ਚੀਜ਼ ਨੂੰ ਦੇਖ ਕੇ ਮਤਲਬ ਸਕੇਅਰ ਹੋਣਾ, ਡਰਨਾ. ਸੋ ਮੇਰੇ ਅਕੋਰਡਿੰਗ ਇੱਥੇ ਆਏਗਾ ਡਰੈਡ. ਸੋ ਸੈਕਿੰਡ ਇਜ਼ ਦੀ ਡਰੈਡ, क्योंकि अफ्रेड हो गया डरना, सो ड्रेड हो गया बहुत ज़्यादा डरना. यूर फैमिली ड्यूरिंग दी हॉलीडेज बिकॉज ऑफ टेंडर, टेंशन, टेंडेंसी एंड टेंसिटी. सो अगर आप इत्थे गल करिए जिहड़ा टेंसिटी हुंदा है उहदा मीनिंग हुंदा है कीप ट्राइंग, ते टेंडेंसी हुंदा है अपने कोल कि इत्थे कुछ इस चीज़ की टेंडेंसी बनती है या नहीं बनती. सो टेंडर हो गया काइंड और लविंग, कि काइंड और लविंग दोनों विचों कोई भी ऑप्शन हो सकती है. सो आपां इत्थे कह सकते हैं कि टेंशन जिहड़ा हैगा वो ज़्यादा सूट कर रहा है, क्योंकि टेंडेंसी ते टेंसिटी नहीं करेगा. सो टेंशन बिटवीन यू एंड योर सिस्टर. सो तुसी कहंदे हो कि तुसी सैट ऑफ फ्रेंड्स बिकॉज दे मेक यू लाफ एंड यू आर रिलाइंग, रिलेटिंग. सो उस तो बाद हैगा रिस्पोंडिंग एंड ਰੀਸਾਈਕਲਿੰਗ. ਰਿਲਾਈ ਹੁੰਦਾ ਕਿ ਤੁਸੀਂ ਕਿਸੇ ਚੀਜ਼ ਤੋਂ ਵਿਸ਼ਵਾਸ ਕਰ ਰਹੇ ਹੋ. ਰਿਲੇਟ ਹੁੰਦਾ ਤੁਸੀਂ ਦੋ ਚੀਜ਼ਾਂ ਨੂੰ ਰਿਲੇਟ ਕਰ ਰਹੇ ਹੋ. ਰਿਸਪੌਂਡ ਹੁੰਦਾ ਤੁਸੀਂ ਕਿਸੇ ਚੀਜ਼ ਨੂੰ ਰਿਸਪੌਂਡ ਕੀਤਾ, ਉਹਦਾ ਜਵਾਬ ਦਿੱਤਾ. ਤੇ ਰੀਸਾਈਕਲਿੰਗ ਦਾ ਮੀਨਿੰਗ ਵੀ ਤੁਹਾਨੂੰ ਕਲੀਅਰ ਹੋਏਗਾ. ਸੋ ਮੇਰੇ ਅਕੋਰਡਿੰਗ ਇੱਥੇ ਜਿਹੜਾ ਆਪਸ਼ਨ ਆਏਗਾ ਰਿਸਪੌਂਡਿੰਗ, ਤੁਸੀਂ ਰਿਸਪੌਂਡਿੰਗ ਹੀ ਕਰੋਗੇ ਕਮਿਊਨੀਕੇਸ਼ਨ ਕਲਾਈਮੇਟ ਨੂੰ, ਰੀਸਾਈਕਲਿੰਗ ਤਾਂ ਨਹੀਂ ਹੋਏਗਾ. ਸੋ ਰੀਸਾਈਕਲਿੰਗ ਹੈ ਰਿਲਾਈਂਗ, ਰਿਲੇਟਿੰਗ ਤੁਸੀਂ ਡਾਇਰੈਕਟਲੀ ਐਲੀਮੀਨੇਟ ਕਰ ਸਕਦੇ ਹੋ. ਸੋ ਇੱਥੇ ਜਿਹੜੀਆਂ ਆਪਸ਼ਨਸ ਨੇ ਉਹ ਹੈਗੀਆਂ ਇੰਪੈਕਟ, ਸੈਕਿੰਡ ਇਜ਼ ਡਰੈਡ, ਥਰਡ ਇਜ਼ ਟੈਂਸ਼ਨ ਐਂਡ ਲਾਸਟ ਵਨ ਇਜ਼ ਰਿਸਪੌਂਡਿੰਗ. ਸੋ ਨੈਕਸਟ ਇਜ਼ ਦੀ ਮੈਜਿਕ ਬੁਲੇਟ ਥਿਓਰੀ. ਮੈਜਿਕ ਬੁਲੇਟ ਥਿਓਰੀ ਦੀ ਗੱਲ ਹੋ ਰਹੀ ਹੈ ਇੱਥੇ, ਜਿਹਨੂੰ ਆਪਾਂ ਕਹਿੰਦੇ ਹਾਂ ਹਾਈਪੋਡਰਮਿਕ ਨਿਡਲ ਥਿਓਰੀ. ਸੁਜੈਸਟ ਦੈਟ ਮਾਸ ਕਮਿਊਨੀਕੇਸ਼ਨ ਇਜ਼ ਲਾਈਕ ਅ ਗਨ ਫਾਇਰਿੰਗ ਬੁਲੇਟਸ ਆਫ ਇਨਫੋਰਮੇਸ਼ਨ ਐਟ ਅ ਪੈਸਿਵ ਆਡੀਅੰਸ. ਕਮਿਊਨੀਕੇਸ਼ਨ ਵਾਜ਼ ਸੀਨ ਐਜ਼ ਅ ਮੈਜਿਕ ਬੁਲੇਟ. ਜਿਹੜੀ ਕਮਿਊਨੀਕੇਸ਼ਨ ਹੈਗੀ ਆ ਉਹਨੂੰ ਆਪਾਂ ਇੱਕ ਮੈਜਿਕ ਬੁਲੇਟ ਦੀ ਤਰ੍ਹਾਂ ਦੇਖਦੇ ਹਾਂ. ਦੈਟ ਆਈਡੀਆਜ਼ ਔਰ ਫੀਲਿੰਗਸ ਔਰ ਨੌਲੇਜ ਔਰ ਮੋਟੀਵੇਸ਼ਨਸ ਆਲਮੋਸਟ ਆਟੋਮੈਟਿਕਲੀ ਫਰੋਮ ਵਨ ਮਾਈਂਡ ਟੂ
another. ਸੋ ਇੱਥੇ ਗੱਲ ਹੋ ਰਹੀ ਹੈ ਆਈਡੀਆਜ਼ ਫੀਲਿੰਗ ਨੌਲੇਜ ਤੇ ਮੋਟੀਵੇਸ਼ਨ ਦੀ। ਸੋ ਇੱਥੇ ਜਿਹੜਾ ਆਪਸ਼ਨ ਆਏਗਾ ਉਹ ਟਰਾਂਸਫਰ ਤੋਂ ਰਿਲੇਟਡ ਆਏਗਾ। ਉਸ ਤੋਂ ਬਾਅਦ ਉਹਨੇ ਕਿਹਾ ਕਿ ਦਿਸ ਥਿਊਰੀ ਹੈਜ਼ ਬੀਨ ਲਾਰਜਲੀ discredited by academics because of its suggestions that all members of an audience interpret messages in the same way and are largely receptors of messages. This theory does not take into account intervening culture and demographic such as age, ethnicity, gender, personality, or education that cause us to react differently to the media message we encounter. However, many people hold the assumption that media like television news outlets simply dash information that doesn't encourage audience engagement. So ਇੱਥੇ ਗੱਲ ਹੋਈ ਹੈ ਮੈਜਿਕ ਬੁਲੇਟ ਥਿਊਰੀ ਦੀ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਮਿਊਨੀਕੇਸ਼ਨ was seen as a magic bullet that transported, translated, transferred and transformed. Transport word ਆਪਾਂ use ਕਰਦੇ ਹਾਂ transportation system ਦੇ ਲਈ, buses ਦੇ ਲਈ, trucks ਦੇ ਲਈ। Translate ਆਪਾਂ use ਕਰ ਸਕਦੇ ਹਾਂ translated ideas। ਉਸ ਤੋਂ ਬਾਅਦ ਹੈਗਾ ਟਰਾਂਸਫਰ। ਸੋ ਟਰਾਂਸਲੇਟ ਅਗਰ ਆਪਾਂ ਹੁੰਦਾ ਕਿ ਫੋਰ ਐਗਜ਼ਾਮਪਲ ਤੁਸੀਂ ਇੰਗਲਿਸ਼ ਟੂ ਪੰਜਾਬੀ ਕਨਵਰਟ ਕਰ ਰਹੇ ਹੋ ਐਂਡ ਇਫ ਯੂ ਆਰ ਕਨਵਰਟਿੰਗ ਫॉर ਪੰਜਾਬੀ ਟੂ ਇੰਗਲਿਸ਼ ਦੈਨ ਵੀ ਯੂਜ਼ ਟਰਾਂਸਲੇਟ ਵਰਡ। ਟਰਾਂਸਫਰ ਹੁੰਦਾ ਕਿ ਤੁਸੀਂ ਦੱਸ ਰਹੇ ਹੋ ਕਿਸੇ ਨੂੰ। ਸੋ ਟਰਾਂਸਫਾਰਮ ਵੀ ਇਸੇ ਤਰੀਕੇ ਨਾਲ ਇੱਕ ਵਰਡ ਹੈਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਸਿਨੋਨਿਮ ਹੈਗਾ। ਸੋ ਇੱਥੇ ਜਿਹੜਾ ਸੁਟੇਬਲ ਵਰਡ ਹੈਗਾ ਟਰਾਂਸਪੋਰਟਡ ਤਾਂ ਬਿਲਕੁਲ ਵੀ ਨਹੀਂ ਆਏਗਾ। ਸੋ ਇੱਥੇ ਆਪਾਂ ਯੂਜ਼ ਕਰਾਂਗੇ ਟਰਾਂਸਫਰਡ। ਸੋ ਉਸ ਤੋਂ ਬਾਅਦ ਉਹਨੇ ਗੱਲ ਕੀਤੀ ਹੈ ਆਡੀਅੰਸ ਦੀ। ਜਿਹੜੀ ਆਡੀਅੰਸ ਹੈਗੀ ਹੈ ਉਹ ਇੰਟਰਪ੍ਰੇਟ ਕਰਦੀ ਹੈ ਮੈਸੇजेस ਇਨ ਦੀ ਸੇਮ ਵੇ and are largely receptors of messages. So here options are negative, active, positive and passive. So negative and positive receptors ਤਾਂ ਨਹੀਂ ਆਏਗਾ। ਹਮੇਸ਼ਾ ਜਿਹੜਾ receptor ਹੁੰਦਾ ਉਹ active ਜਾਂ ਪੈਸਿਵ ਰਿਸੈਪਟਰ ਹੁੰਦਾ ਹੈ। ਬਟ ਇੱਥੇ ਉਹਨੇ ਆਡੀਅੰਸ ਦੀ ਗੱਲ ਕੀਤੀ ਹੈ। ਸੋ ਮੇਰੇ ਅਕੋਰਡਿੰਗ ਜਿਹੜੀ ਆਡੀਅੰਸ ਹੈਗੀ ਹੈ ਉਹ ਪੈਸਿਵ ਰਿਸੈਪਟਰਸ ਹੋਏਗਾ ਮੈਸੇजेस ਦਾ। ਨੈਕਸਟ ਹੈਗਾ ਦਿਸ ਥਿਊਰੀ ਡਜ਼ ਨਾਟ ਟੇਕ ਇਨਟੂ ਅਕਾਊਂਟ ਇੰਟਰਵੀਨਿੰਗ ਕਲਚਰਲ ਐਂਡ ਡੈਮੋਗ੍ਰਾਫਿਕ ਵੇਰੀਏਬਲਸ ਵੇਰੀਜ਼ ਵਰਾਇਟੀਜ਼ ਐਂਡ ਵੇਰੀਏਸ਼ਨਸ। ਸੋ ਅਗਰ ਆਪਾਂ ਗੱਲ ਕਰੀਏ ਇੰਟਰਵੀਨਿੰਗ ਕਲਚਰਲ ਐਂਡ ਡੈਮੋਗ੍ਰਾਫਿਕ ਸੋ ਆਪਾਂ ਇੱਥੇ ਵੇਰੀਏਬਲਸ ਵੀ ਹੋ ਸਕਦਾ ਹੈ ਵੇਰੀਜ਼ ਸਚ ਐਸ ਏਜ ਐਂਡ ਵੈਰਾਈਟੀਜ਼ ਐਂਡ ਵੇਰੀਏਸ਼ਨ। ਸੋ ਮੇਰੇ ਅਕੋਰਡਿੰਗ ਇਹਨਾਂ 'ਚੋਂ ਕੋਈ ਵੀ ਆਪਸ਼ਨ ਆਪਾਂ ਨੂੰ ਕਨਫਿਊਜ਼ ਕਰ ਸਕਦੀ ਹੈ। ਬਟ ਅਗਰ ਆਪਾਂ ਡੈਮੋਗ੍ਰਾਫੀ ਦੀ ਗੱਲ ਕਰੀਏ ਸੋ ਡੈਮੋਗ੍ਰਾਫੀ ਥਿਊਰੀ ਦੇ ਅਕੋਰਡਿੰਗ ਜਿਹੜਾ ਏਜ ਹੈਗਾ ਐਥਨੀਸਿਟੀ ਹੈ ਜੈਂਡਰ ਹੈ ਪਰਸਨੈਲਿਟੀ ਔਰ ਐਜੂਕੇਸ਼ਨ ਹੈ ਸੋ ਇਹ ਸਾਰੇ ਕੀ ਨੇ ਸਾਡੇ ਕੋਲ ਵੇਰੀਏਬਲਸ ਨੇ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਇਹਦਾ ਹਿੰਟ ਤੁਸੀਂ ਇੱਥੋਂ ਲੈ ਸਕਦੇ ਹੋ ਕਿ ਇਹ ਸਾਰੇ ਜਿਹੜੇ ਫੈਕਟਰਸ ਨੇ ਉਹ ਵੇਰੀਏਬਲਸ ਦੇ ਵਿੱਚ ਕਾਊਂਟ ਹੁੰਦੇ ਨੇ। ਸੋ ਲਾਸਟ ਲਾਈਨ ਦੇ ਵਿੱਚ ਹੈਗਾ ਆਪਣੇ ਕੋਲ ਹਾਊਐਵਰ ਮੈਨੀ ਪੀਪਲ ਹੋਲਡ ਦੀ ਅਜ਼ੰਪਸ਼ਨ ਦੈਟ ਮੀਡੀਆ ਲਾਈਕ ਟੈਲੀਵਿਜ਼ਨ ਨਿਊਜ਼ ਆਊਟਲੈਟਸ ਸਿੰਪਲੀ respond information, resume information, release information and request. So ਅਗਰ ਇੱਥੇ ਗੱਲ ਹੋ ਰਹੀ ਹੈ ਮੀਡੀਆ ਦੀ ਤੇ ਮੀਡੀਆ ਦੇ ਵਿੱਚ ਉਹਨੇ ਯੂਜ਼ ਕੀਤਾ ਟੈਲੀਵਿਜ਼ਨ ਨਿਊਜ਼ ਆਊਟਲੈਟਸ। ਸੋ ਮੀਡੀਆ ਕੀ ਕਰਦਾ ਹੈ ਰਿਲੀਜ਼ ਕਰਦਾ ਹੈ। ਰਿਸਪੌਂਡ ਇਨਫੋਰਮੇਸ਼ਨ ਨਹੀਂ ਲਿਖੋਗੇ। ਰਿਸਪੌਂਡ ਹੁੰਦਾ ਕਿ ਤੁਸੀਂ ਕਿਸੇ ਨੂੰ ਕੀ ਜਵਾਬ ਦੇ ਰਹੇ ਹੋ। ਸੋ ਰਿਜ਼ਿਊਮ ਹੁੰਦਾ ਕਿ ਕੁਝ ਰੁਕਿਆ ਹੋਇਆ ਸੀ ਉਹ ਚੱਲ ਪਿਆ। ਸੋ ਰਿਕੁਐਸਟ ਤੇ ਵੀ ਨਹੀਂ ਹੋਏਗਾ। ਸੋ ਇੱਥੇ ਜਿਹੜੀ ਆਪਸ਼ਨ ਆਏਗੀ ਉਹ ਰਿਲੀਜ਼ ਆਏਗੀ। So according to me options here are transferred, passive, variables and release. So click on the next button, yes, and submitting answer. Now check your result. So here result is 100%. This is the only question test and it's a little bit easy. So you can check your score in detail here. So this is your first paragraph, soil erosion. ਸੋ ਤੁਸੀਂ ਇੱਕ ਚੀਜ਼ ਦਾ ਇਹ ਵੀ ਧਿਆਨ ਰੱਖਣਾ ਹੈ ਕਿ ਦੇयर ਇਜ਼ ਨੋ ਨੈਗੇਟਿਵ ਮਾਰਕਿੰਗ ਇਨ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਫॉर ਐਗਜ਼ਾਮਪਲ ਤੁਸੀਂ ਇੱਕ ਬਲੈਂਕ ਤੇ ਅਟਕ ਗਏ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਦੂਜੀ ਤੇ ਤੀਜੀ ਨੂੰ ਸੋਲਵ ਕਰਨਾ ਹੈ। ਬਟ ਲਾਸਟ ਤੇ ਵਿੱਚ ਐਵੇਂ ਨਹੀਂ ਕਰਨਾ ਕਿ ਤੁਸੀਂ ਭੁੱਲ ਗਏ ਕਿਉਂਕਿ ਨੈਗੇਟਿਵ ਮਾਰਕਿੰਗ ਨਹੀਂ ਹੈ। ਜੇ ਤੁਹਾਨੂੰ ਐਗਜ਼ੈਕਟਲੀ ਆਨਸਰ ਨਹੀਂ ਪਤਾ ਜੋ ਵੀ ਤੁਹਾਨੂੰ ਸਮਝ ਆ ਰਿਹਾ ਤੁਸੀਂ ਉਸ ਦੇ ਅਕੋਰਡਿੰਗ ਆਨਸਰ ਚੂਜ਼ ਕਰ ਸਕਦੇ ਹੋ। ਕਿਉਂਕਿ
ਰੀਡਿੰਗ ਐਂਡ ਰਾਈਟਿੰਗ ਜਾਂ ਰੀਡਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ ਇਹ ਹੁੰਦਾ ਕਿ ਜਿਹੜੀ ਤੁਹਾਡੀ ਫਰਸਟ ਇਨਸਟਿੰਕਟ ਨੇ ਕਿਹਾ ਕਿ ਇਹ ਆਨਸਰ ਹੋ ਸਕਦਾ ਹੈ ਤੇ ਤੁਸੀਂ ਸ਼ੋਰ ਨਹੀਂ ਹੈਗੇ ਤਾਂ ਤੁਸੀਂ ਉਹੀ ਆਨਸਰ ਚੂਜ਼ ਕਰਨਾ ਹੈ। ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਹੈ। ਸੋ ਹਰ ਬਲੈਂਕਸ ਦੇ ਵਿੱਚ ਆਈ ਥਿੰਕ ਆਪਣੇ ਕੋਲ 4 ਆਪਸ਼ਨਸ 4 ਬਲੈਂਕਸ ਹੀ ਸੀਗੀਆਂ। ਸੋ ਪਹਿਲੀ ਸੀਗੀ ਡਾਇਨਾਮਿਕ ਟ੍ਰਾਂਜੀਸ਼ਨ ਫਰਟਾਈਲ ਐਂਡ ਸਪੀਸ਼ੀਜ਼, ਤੁਸੀਂ ਆਪਣੇ ਆਨਸਰਸ ਚੈੱਕ ਕਰ ਸਕਦੇ ਹੋ। ਸੈਕਿੰਡ ਸੀਗਾ ਫਿਜ਼ੀਕਲ ਫੋਸਟਰਿੰਗ commitment and guiding. In third paragraph, exception, complexities, fourth and variety. Next is impact, dread, tension and responding, fourth paragraph. And in the last one, transferred passive variables and release. ਤੁਸੀਂ ਜਿਹੜੇ ਆਪਣੀਆਂ ਆਪਸ਼ਨਸ ਨੇ ਉਹ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ, ਜਾਂ ਫਿਰ ਤੁਹਾਨੂੰ ਕਿਸੇ ਪਰਟੀਕੂਲਰ ਟੌਪਿਕ ਦੇ ਵਿੱਚ ਕੋਈ ਡਾਊਟ ਹੈਗਾ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਦੇ ਉੱਤੇ ਵੀਡੀਓ ਬਣਾਵਾਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਆਪਣੀ ਕੁਐਰੀਜ਼ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ amarpteclasses@gmail.com ਤੇ। and don't forget to like and share these videos and subscribe to my channel. Thank you so much for watching this video.